देखो जदों मैं इतिहास पढ़िया तो ये प्रोसैस तो 1947 तो ही शुरू हो गया सी। जे असीं कहिए भी जमां ही साडे सामने नंगे चिट्टे सच दे रूप च प्रतੱਖ रूप च प्रगट किया 1984 ने। ਆਪਾਂ ਪੰਜਾਬ ਦੀ ਹੋਂਦ ਦੀ ਜੇ ਗੱਲ ਕਰਦੇ ਹਾਂ, ਸਾਡੀ ਮਿੱਟੀ ਤਾਂ ਸਾਡੇ ਤੋਂ ਹੌਲੀ 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 ਖੋਈ ਜਾ ਰਹੀ ਆ। ਸਾਡੇ ਕੋਈ ਵਿਲੱਖਣਤਾ ਦੀ ਗੱਲ ਕਰਦਾ ਉਹਨੂੰ ਤੁਸੀਂ ਅੱਤਵਾਦੀ ਬਣਾ ਦਿੰਦੇ। ਤੇ ਜਦੋਂ ਤੁਹਾਡੇ ਕੋਲੇ ਤੁਹਾਡੀ ਧਰਤੀ ਨਹੀਂ ਰਹੀ ਫਿਰ ਮੁੜ ਕੇ ਪੈਰ ਨਹੀਂ ਲੱਗਣੇ ਸਾਡੇ ਕਿਤੇ। ਸੰਵਿਧਾਨ ਦੀ ਉਲੰਘਣਾ ਤਾਂ ਸਰਕਾਰ ਕਰੀ ਜਾਂਦੀ ਆ ਤੇ ਫਿਰ ਕੌਣ ਹੋਏ ਡਾਕੂ, ਕੌਣ ਹੋਏ ਅੱਤਵਾਦੀ? ਇਹ ਤਾਂ ਸਰਕਾਰ ਹੋਈ ਨਾ, ਸੰਤ ਕਿਵੇਂ ਹੋਏ? ਦੀ ਸਾਂਝ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੀਪ ਬਾਈ ਜੀ ਨੂੰ ਇਹ ਸਵਾਲ ਕਰਦੇ ਆ ਕਿ ਦੀਪ ਬਾਈ ਜੀ ਤੁਹਾਨੂੰ ਕਦੋਂ ਇਹ ਗੱਲ ਪਤਾ ਲੱਗੀ ਕਿ ਪੰਜਾਬੀਅਤ ਤੇ ਪੰਜਾਬ ਦੀ ਹੋਂਦ ਨੂੰ ਖਤਰਾ ਹੈ? ਕੀ ਇਹ 1947 ਤੋਂ ਪਹਿਲਾਂ ਜਾਂ 1984 ਤੋਂ ਬਾਅਦ ਜਾਂ ਇਹ ਕਿਸਾਨਾਂ ਦੇ ਖਿਲਾਫ ਜਿਹੜਾ ਇਹ ਕਾਲਾ ਕਾਨੂੰਨ ਆਇਆ ਇਦੋਂ ਤੁਹਾਨੂੰ ਪਤਾ ਲੱਗਾ ਕਿ ਪੰਜਾਬ ਦੀ ਹੋਂਦ ਨੂੰ ਖਤਰਾ? ਦੇਖੋ ਜਦੋਂ मैं इतिहास पढ़िया तो ये प्रोसैस तो 1947 तो ही शुरू हो गया सी। आज़ाद हुंदे ही सानू जराइम पेशा डिकलेयर करता सी। उदों बाद इस प्रोसैस नू जे असीं कहिए भी जमां ही साडे सामने नंगे चिट्टे सच दे रूप च प्रतੱਖ रूप च प्रगट किया 1984 ने। चाहे वो ब्लू स्टार ऑपरेशन होवे, चाहे जेनोसाइड सिख जेनोसाइड हाँ जी ਜਿਹੜੀ ਦਿੱਲੀ ਸਾਰੇ ਹੋਏ ਸੀ ਉਹ ਹੋਵੇ ਹੈ ਨਾ ਨਵੰਬਰ 1984। हाँ जी ਉਦੋਂ ਬਾਅਦ ਅਸੀਂ ਸਮੇਂ ਤੋਂ ਦੇਖਦੇ ਆਏ ਹਾਂ ਸਪੈਸ਼ਲੀ ਪੰਜਾਬ ਦੇ ਖਿਲਾਫ ਜੋ ਹੁਕਮਰਾਨ ਧਿਰ ਰਹੀ ਆ, ਕੋਈ ਵੀ ਪਾਰਟੀ ਜੋ ਮਰਜ਼ੀ ਹੋਵੇ, ਕਾਂਗਰਸ ਹੋਵੇ ਬੀਜੇਪੀ ਹੋਵੇ, ਉਹਨਾਂ ਦੀਆਂ ਪਾਲਿਸੀਜ਼ ਕਿਤੇ ਨਾ ਕਿਤੇ ਸਾਡੀ ਵਿਲੱਖਣਤਾ, ਸਾਡਾ ਕਲਚਰ, ਸੱਭਿਆਚਾਰ, ਸਾਡੀ ਹੋਂਦ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਸਾਡੇ ਫਲਸਫੇ ਆ, ਗੁਰੂ ਨਾਨਕ ਸਾਹਿਬ ਦਾ ਫਲਸਫਾ ਜਾਂ ਸਾਡੀ ਆਈਡੈਂਟੀਟੀ, ਸਾਡੀ ਵਿਲੱਖਣਤਾ, ਹਾਂ ਵਿਲੱਖਣਤਾ 'ਚ ਹੀ ਸਾਡੀ ਆਈਡੈਂਟੀਟੀ ਪਈ ਆ। ਅਸੀਂ ਕਹਿੰਦੇ ਹਾਂ ਵੀ ਸਾਡੀ ਇੱਕ ਡਿਸਟਿੰਕਟ ਆਈਡੈਂਟੀਟੀ ਆ, ਹੈ ਨਾ। ਸੋ ਉਹਨਾਂ ਸਾਰਿਆਂ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸਮੇਂ ਤੋਂ ਸਰਕਾਰਾਂ ਨੇ, ਸਮੇਂ ਤੋਂ ਜਿਹੜੀ ਭਾਰਤੀ ਕੌਮ ਸਿਰਜਣ ਦੀ ਜਿੱਦ ਸਰਕਾਰ ਫੜ ਕੇ ਬੈਠੀ ਆ, ਉਹ ਸਾਜ਼ਿਸ਼ ਦੇ ਅਧੀਨ ਜੋ ਗਲਬਾ ਪਾਉਣ ਲਈ ਸਾਜ਼ਿਸ਼ਾਂ ਰਚੀਆਂ ਗਈਆਂ ਪੰਜਾਬ 'ਤੇ, ਉਹਨੂੰ ਜੇ ਸਮਝਾਂਗੇ ਤਾਂ ਇਹ 1947 ਤੋਂ ਪ੍ਰੋਸੈਸ ਚੱਲ ਰਿਹਾ ਅਤੇ ਲਗਾਤਾਰ ਸਦੀਵੀ ਹੋ ਰਿਹਾ ਅਤੇ ਇਸ ਸਦੀਵੀ ਪ੍ਰੋਸੈਸ ਨੂੰ ਹੀ ਆਪਾਂ ਅੱਜ ਸੰਬੋਧਨ ਕਰ ਰਹੇ ਹਾਂ। ਦੀਪ ਬਾਈ ਜੀ ਇੱਕ ਸਵਾਲ ਹੋ ਰਿਹਾ ਕਿ ਕੀ ਤੁਸੀਂ ਮੰਨਦੇ ਹੋ ਕਿ ਕਾਨੂੰਨ ਅਗਰ ਇਹ ਕਾਲੇ ਕਾਨੂੰਨ ਵਾਪਸ ਲਏ ਜਾਂਦੇ ਆ ਤੇ ਪੰਜਾਬ ਦੀ ਹੋਂਦ ਨੂੰ ਖਤਰਾ ਨਹੀਂ ਰਹੇਗਾ? ਨਹੀਂ ਜੀ ਨਹੀਂ, ਇਹ ਗੱਲ ਸੱਚੀ ਨਹੀਂ ਆ। ਆਪਾਂ ਲੜੀ ਇਸ ਕਰਕੇ ਰਹੇ ਹਾਂ। ਕਾਲੇ ਕਾਨੂੰਨ ਵਾਪਸ ਵੀ ਲੈ ਜਾਣ, ਆਪਾਂ ਪੰਜਾਬ ਦੀ ਹੋਂਦ ਦੀ ਜੇ ਗੱਲ ਕਰਦੇ ਹਾਂ, ਸਾਡੀ ਮਿੱਟੀ ਤਾਂ ਸਾਡੇ ਤੋਂ ਹੌਲੀ 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 ਖੋਈ ਜਾ ਰਹੇ ਆ। ਪ੍ਰਵਾਸ ਦੇਖ ਲਓ ਕਿੱਡੇ ਵੱਡੇ ਤੌਰ 'ਤੇ ਹੋ ਰਿਹਾ। ਕਿਸਾਨ ਆਪਦੇ ਕਿੱਲੇ 2 ਕਿੱਲੇ ਵੇਚ ਕੇ ਤੇ ਮੁੜ ਕੇ ਮੁੰਡਿਆਂ ਨੂੰ ਬਾਹਰ ਭੇਜਦੇ ਆ। ਉਹ ਮੁੰਡੇ ਪਹਿਲਾ ਪ੍ਰੋਸੈਸ ਇਹ ਹੁੰਦਾ ਸੀ, ਬਾਹਰ ਜਾਂਦੇ ਸੀ ਤੇ ਇੱਥੇ ਪੈਸੇ ਕਮਾ ਕੇ ਜ਼ਮੀਨ ਲੈਂਦੇ ਸੀ। ਹੁਣ ਪ੍ਰੋਸੈਸ ਇਹ ਸ਼ੁਰੂ ਹੋ ਗਿਆ ਵੀ ਬਾਹਰ ਜਾਂਦੇ ਆ, ਆਪਦੇ ਪਰਿਵਾਰ ਨੂੰ ਬੁਲਾਉਂਦੇ ਆ ਤੇ ਮੁੜ ਕੇ ਇੱਥੋਂ ਜ਼ਮੀਨ ਵੀ ਵੇਚ ਜਾਂਦੇ ਆ। ਹੁਣ ਜਿਹੜੀ ਸਾਡੀ 3rd ਜਨਰੇਸ਼ਨ ਆ ਰਹੀ ਹੈ ਵਿਦੇਸ਼ਾਂ ਦੇ ਵਿੱਚ, ਉਹ ਇੱਥੋਂ ਸਾਰੀ ਪ੍ਰਾਪਰਟੀ ਨੂੰ ਸੇਲ ਕਰ ਰਹੀ ਹੈ। ਤੇ ਜਦੋਂ ਤੁਹਾਡੇ ਕੋਲੇ ਤੁਹਾਡੀ ਧਰਤੀ ਨਹੀਂ ਰਹੀ ਫਿਰ ਮੁੜ ਕੇ ਪੈਰ ਨਹੀਂ ਲੱਗਣੇ ਸਾਡੇ ਕਿਤੇ। ਇਸ ਕਰਕੇ ਜਦੋਂ ਹੋਂਦ ਦੀ ਲੜਾਈ ਲੜ ਰਹੇ ਆ, ਇਹ ਆਰਡੀਨੈਂਸਿਸ ਤੱਕ ਲਿਮਿਟਿਡ ਨਹੀਂ ਆ, ਇਹਦੇ ਪਿੱਛੇ ਵੀ ਜਿਹੜਾ ਇੱਕ ਸਿਸਟਮ ਖੜਾ, ਉਹ ਸਿਸਟਮ ਆਪਦੇ ਆਪ 'ਚ ਵੀ ਬਹੁਤ ਜ਼ਿਆਦਾ ਗੰਭੀਰ ਆ। ਪੰਜਾਬ ਲਈ ਸਾਨੂੰ ਚਿੰਤਨ ਕਰਨਾ ਬਣਦਾ ਉਹਦੇ 'ਤੇ, ਉਹਨੂੰ ਵੀ ਮੱਥਾ ਲਾਉਣਾ ਪੈਣਾ ਸਾਨੂੰ ਉਹਦੇ ਨਾਲ, ਅਤੇ ਕਿਤੇ ਨਾ ਕਿਤੇ ਉਹ ਸਿਸਟਮ ਨੂੰ ਚੇਂਜ ਕਰਨਾ ਪੈਣਾ। ਕਹਿਣ ਤੋਂ ਭਾਵ ਹੈ ਕਿ ਦੀਪ ਬਾਈ ਜੀ ਕਿ ਇਸ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਵੀ ਬਾਅਦ ਇਹ ਜਿਹੜੀ ਸਾਡੀ ਹੋਂਦ ਦੀ ਲੜਾਈ ਹੈ ਇਹ ਤੁਸੀਂ ਲਗਾਤਾਰ ਲੜਦੇ ਰਹੋ? ਬਿਲਕੁਲ ਲੜਦੇ ਰਹਾਂਗੇ ਜੀ। ਲੜਾਈ ਵਿੱਢੀ ਇਸ ਕਰਕੇ ਆ, ਜੇ ਪੰਜਾਬ ਦੀ ਹੋਂਦ ਦੀ ਲੜਾਈ ਕਹਿੰਦੇ ਆ ਤੇ ਜਿਹੜੀ ਸਰਕਾਰ ਦੀ ਪਾਲਿਸੀ ਜਾਂ ਜਿਹੜੇ ਕਾਨੂੰਨ ਸਰਕਾਰ ਨੇ ਪੰਜਾਬ ਦੀ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਖਤਮ ਕਰਨ ਵਾਸਤੇ ਬਣਾਏ ਆ, ਉਹਦੇ ਖਿਲਾਫ ਤਾਂ ਸਾਡਾ ਸੰਘਰਸ਼, ਸਾਡੀ ਲੜਾਈ ਲਗਾਤਾਰ ਚੱਲਦੀ ਰਹੂਗੀ। ਆਖਰੀ ਸਵਾਲ ਤੁਹਾਡੇ ਕੋਲ, ਅਕਸਰ ਤੁਹਾਡੀਆਂ ਇੰਟਰਵਿਊਜ਼ 'ਚ ਜਾਂ ਜੋ ਤੁਸੀਂ ਲਾਈਵ ਹੁੰਦੇ ਹੋ ਜਾਂ ਕਰੋਨਾ ਦੇ ਟਾਈਮ ਵੀ ਜਦੋਂ ਤੁਸੀਂ ਲਾਈਵ ਹੁੰਦੇ ਰਹੇ ਸੀ, ਅਤੇ ਅਕਸਰ ਤੁਹਾਡੀਆਂ ਸਪੀਚਾਂ ਦੇ ਵਿੱਚੋਂ
ਸੰਤ ਜਰਨੈਲ ਸਿੰਘ ਪ੍ਰਤੀ ਜਿਹੜਾ ਸਤਿਕਾਰ ਦਿਸਦਾ ਸੀ। ਪੰਜਾਬ ਦੀਆਂ ਰਵਾਇਤੀ ਪਾਰਟੀਆਂ ਜਾਂ ਭਾਰਤ ਦੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹ ਤਾਂ ਸੰਤਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿੰਦੇ ਆ। ਸੰਗਤ ਇਹ ਜਾਣਨੀ ਚਾਹੁੰਦੀ ਹੈ ਕਿ ਦੀਪ ਬਾਈ ਦੀ ਨਜ਼ਰਾਂ ਦੇ ਵਿੱਚ ਸੰਤ ਜਰਨੈਲ ਸਿੰਘ ਕੀ ਸੀ? ਦੇਖੋ, ਸਾਡੇ ਕੌਮ ਦੇ ਮਹਾਨ ਸ਼ਹੀਦ ਆ, ਉਹੋ ਜਿਹੀਆਂ ਰੂਹਾਂ ਬਾਰ-ਬਾਰ ਨਹੀਂ ਪੈਦਾ ਹੁੰਦੀਆਂ, ਔਰ ਉਹਨਾਂ ਰੂਹਾਂ ਤੋਂ ਅਸੀਂ ਬਹੁਤ ਕੁਝ ਸਿੱਖਣਾ ਹੁੰਦਾ। ਭਾਰਤੀ ਕੌਮ ਸਿਰਜਣ ਦੀ ਜਿਹੜੀ ਜਿੱਦ ਆ, ਜੇ ਉੱਥੇ ਵਿਲੱਖਣਤਾ ਦੀ ਕੋਈ ਗੱਲ ਕਰਦਾ, ਬਹੁ ਕੌਮੀਅਤ ਦੀ ਗੱਲ ਕਰਦਾ, ਖੁਦ ਮੁਖਤਿਆਰੀ ਦੀ ਕੋਈ ਗੱਲ ਕਰਦਾ, ਉਹਦੇ 'ਚ ਗਲਤ ਕੀ ਆ? ਸ਼ਿਬੂ ਸੋਰੇਨ ਨੇ ਵੀ ਕੀਤੀ ਗੱਲ, ਉਹ ਝਾਰਖੰਡ 'ਚੋਂ ਗੱਲ ਕੀਤੀ, ਉਹਨੂੰ ਤੁਸੀਂ CM ਬਣਾ ਦਿੰਦੇ ਹੋ। ਇਸੇ ਤਰ੍ਹਾਂ ਬੰਬਈ 'ਚ ਬਾਲ ਠਾਕਰੇ ਨੇ ਕੀਤੀ। ਬੰਬਈ 'ਚ ਬਾਲ ਠਾਕਰੇ ਨੇ ਕੀਤੀ। ਇਸੇ ਤਰ੍ਹਾਂ ਰਾਓ ਜਿਹੜਾ ਤਾਮਿਲਨਾਡੂ ਦਾ CM ਆ, ਉਹਨਾਂ ਨੇ ਕੀਤੀ, ਉਹਨੂੰ ਉੱਥੇ CM ਬਣਾਤਾ। ਜੇ ਸਾਡੇ ਕੋਈ ਵਿਲੱਖਣਤਾ ਦੀ ਗੱਲ ਕਰਦਾ, ਉਹਨੂੰ ਤੁਸੀਂ ਅੱਤਵਾਦੀ ਬਣਾ ਦਿੰਦੇ। ਉਹਨਾਂ ਨੇ ਸੰਵਿਧਾਨ ਜੋ ਇਸ ਯੂਨੀਅਨ ਆਫ ਇੰਡੀਆ ਦਾ, ਉਹਦੇ 'ਚ ਵੰਨ ਸਵੰਨਤਾ ਨੂੰ, ਮਲਟੀਕਲਚਰਲਿਜ਼ਮ ਨੂੰ ਜਾਂ ਖੁਦਮੁਖਤਿਆਰੀ ਨੂੰ ਤਾਂ ਪਹਿਲ ਦਿੱਤੀ ਆ, ਸੈਕੂਲਰਿਜ਼ਮ ਨੂੰ ਵੀ ਪਹਿਲ ਦਿੱਤੀ ਆ, ਤੇ ਉਹ ਤਾਂ ਸੰਵਿਧਾਨ ਨੂੰ ਪ੍ਰੋਟੈਕਟ ਕਰ ਰਹੇ ਸੀ। ਸੰਵਿਧਾਨ ਦੀ ਉਲੰਘਣਾ ਤਾਂ ਸਰਕਾਰ ਕਰੀ ਜਾਂਦੀ ਆ, ਤੇ ਫਿਰ ਕੌਣ ਹੋਏ ਡਾਕੂ, ਕੌਣ ਹੋਏ ਅੱਤਵਾਦੀ? ਇਹ ਤਾਂ ਸਰਕਾਰ ਹੋਈ ਨਾ, ਸੰਤ ਕਿਵੇਂ ਹੋਏ? ਸੋ ਗੱਲ ਇਹਨਾਂ ਨੇ ਬਿਰਤਾਂਤ ਰਚਤੇ। ਉਹ ਬਿਰਤਾਂਤ, ਇਹਨਾਂ ਕੋਲੇ ਸਿਸਟਮ ਬਹੁਤ ਵੱਡਾ ਹੁੰਦਾ। ਉਹਨਾਂ ਨੇ ਕਦੇ ਅੱਜ ਤੱਕ ਇਹ ਗੱਲ ਨਹੀਂ ਕੀਤੀ ਵੀ ਫਲਾਣੇ ਵਰਗ ਨੂੰ ਅਸੀਂ ਪੰਜਾਬ 'ਚੋਂ ਕੱਢ ਦਾਂਗੇ। ਉਹ ਹਰ ਰੂਹ ਦੀ, ਹਰ ਵਰਗ ਦੀ ਗੱਲ ਕਰਦੇ ਸੀ। ਜਦੋਂ ਅਕਸਰ ਉਹਨਾਂ ਦੀਆਂ ਸਪੀਚਾਂ 'ਚ ਇਹ ਹੁੰਦਾ ਸੀ ਕਿ ਧੀ ਚਾਹੇ ਕਿਸੇ ਦੀ ਹਿੰਦੂ ਦੀ ਹੋਵੇ, ਚਾਹੇ ਸਿੱਖ ਦੀ ਹੋਵੇ, ਉਹਦੀ ਰੱਖਿਆ ਕਰਨੀ ਹਰ ਸਿੱਖ ਦਾ ਫਰਜ਼ ਹੈ। ਬਿਲਕੁਲ। ਉਹਨਾਂ ਨੇ ਉਹਨਾਂ ਨੇ ਸਾਡੇ ਹਿੰਦੂ ਭਰਾ ਲਿਆ ਕੇ, ਜਿਹੜੇ ਕਿਸੇ ਡਰ ਕਾਰਨ ਛੱਡ ਕੇ ਗਏ ਆ, ਉਹਨਾਂ ਨੂੰ ਲਿਆ ਵਸਾਇਆ ਪੰਜਾਬ 'ਚ। ਅਸੀਂ ਜੇ ਅਸਲ ਸੱਚ ਨੂੰ ਦੇਖਾਂਗੇ ਤਾਂ ਇਸੇ ਕਰਕੇ ਅਸੀਂ ਕਹਿੰਦੇ ਆ ਸਾਡੇ ਕੌਮ ਦੇ ਮਹਾਨ ਸ਼ਹੀਦ ਆ, ਇਸੇ ਕਰਕੇ ਉਹਨਾਂ ਦਾ ਸਤਿਕਾਰ ਆ। ਉਹਨਾਂ ਨੇ ਸੱਚ ਦੀ ਗੱਲ ਕੀਤੀ ਆ। ਸੱਚ ਤੇ ਹੱਕ ਲਈ ਜਿਹੜਾ ਬੰਦਾ ਲੜਦਾ, ਉਹਨੂੰ ਤਾਂ ਸਤਿਕਾਰ ਹੀ ਦੇਵਾਂਗੇ ਨਾ ਅਸੀਂ। ਇਹ ਜ਼ਰੂਰੀ ਨਹੀਂ ਵੀ ਬਹੁਤ ਵੱਡੀ ਗਿਣਤੀ ਕੋਲੇ ਸੱਚ ਹੁੰਦਾ, ਥੋੜ੍ਹੀ ਜਿਹੀ ਗਿਣਤੀ ਕੋਲੇ ਵੀ ਸੱਚ ਹੋ ਸਕਦਾ। ਹਾਂਜੀ, ਧੰਨਵਾਦ।